ਚੱਲ ਰਹੀ ਲੜੀਵਾਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਮੁਬਾਰਕ ਕਥਾ, ਜਿਸ ਕਥਾ ਅੰਦਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚਰਨ ਛੰਦ ਦੇ ਵਿੱਚ ਰਹਿ ਕੇ ਬਿਰਧ ਅਵਸਥਾ ਵਿੱਚ ਜਿਵੇਂ ਬਾਬਾ ਅਮਰਦਾਸ ਸਾਹਿਬ ਜੀ ਨੇ ਸੇਵਾ ਕਮਾਈ ਹੈ, ਉਹਨਾਂ ਸੇਵਾਵਾਂ ਦਾ ਲੜੀਵਾਰ ਆਪ ਇਤਿਹਾਸ ਸਰਵਣ ਕਰ ਰਹੇ। ਪਿਛਲੇ ਦੀਵਾਨਾਂ ਤੋਂ ਹੀ ਮੈਂ ਬੇਨਤੀ ਕਰਦਾ ਆ ਰਿਹਾ ਕਿ ਹੈਰਾਨੀ ਹੁੰਦੀ ਹੈ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਬਾਰਕ ਜੀਵਨ ਦੇ ਵਿੱਚੋਂ ਇਹ 12 ਸਾਲ ਆਪਾਂ ਜ਼ਿਕਰ ਕਰਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਉਹਨਾਂ ਦੀ ਸੇਵਾ, ਉਹਨਾਂ ਦਾ ਸਿਮਰਨ, ਉਹਨਾਂ ਦੀ ਕਾਲ ਕਮਾਈ, ਇਹਨਾਂ ਵਿੱਚ ਇੱਕ ਵੀ ਨਾਗਾ ਨਹੀਂ, ਨਿਤ ਦਾ ਨੇਮ ਹੈ। ਆਓ ਸਤਿਗੁਰੂ ਜੀ ਹੁਣ ਕਿਵੇਂ ਤਰੁੱਠਦੇ ਨੇ, ਬਖਸ਼ਿਸ਼ਾਂ ਹੁੰਦੀਆਂ ਨੇ ਬਾਬਾ ਅਮਰਦਾਸ ਸਾਹਿਬ ਜੀ ਤੇ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। दोहरा इस प्रकार सेवा करे, हर्ष शोक और त्याग, कयो किसु को किसी विध करे, नमन कट पाग। ਸਭ ਤੋਂ ਵੱਡਾ ਇਹ ਗੁਣ ਹੈ ਕਿ ਜੇ ਸੁਰਤ ਦੇ ਵਿੱਚ ਮੰਜ਼ਲ ਹੈ ਨਾ, ਤੇ ਉਸ ਮੰਜ਼ਲ ਨੂੰ ਹੀ ਰੱਖਣਾ ਚਾਹੀਦਾ ਹੈ। ਹੋਰ ਰਸਤੇ ਵਿੱਚ ਆਉਣ ਵਾਲੀਆਂ ਔਂਕੜਾਂ ਬੜਾ ਕੁਝ ਆਉਂਦਾ ਹੈ, ਤੇ ਜੇ ਮਨੁੱਖ ਉਹਨਾਂ ਨੂੰ ਆਪਣੀ ਸੁਰਤ ਵਿੱਚ ਰੱਖਣ ਲੱਗ ਪਿਆ ਤੇ ਫਿਰ ਮੰਜ਼ਿਲ ਭੁੱਲ ਜਾਏਗਾ। ਇਹੋ ਹੀ ਕਾਰਨ ਭਗਤ ਕਬੀਰ ਜੀ ਕਹਿਣ ਲੱਗੇ, ਸੰਸਾਰ ਦੇ ਅੰਦਰ ਇਹ ਨਹੀਂ ਕਿ ਸ਼ੁਭ ਗੁਣ ਨਹੀਂ ਹੈਗੇ, ਸੰਸਾਰ ਦੇ ਅੰਦਰ ਇਹ ਨਹੀਂ ਕਿ ਚੰਗੇ ਮਨੁੱਖ ਨਹੀਂ ਹੈਗੇ, ਹੈਗੇ, ਬੁਰੇ ਵੀ ਹੈਗੇ ਆ, ਚੰਗੇ ਵੀ ਹੈਗੇ ਆ, ਮਾੜੇ ਵੀ ਗੁਣ ਹੈਗੇ ਨੇ, ਚੰਗੇ ਵੀ ਗੁਣ ਹੈਗੇ ਨੇ। ਪਰ ਮਨੁੱਖ ਕਿਸ ਵੱਲ ਆਕਰਸ਼ਿਤ ਹੁੰਦਾ ਏ, ਇਹ ਖੁਦ ਨੂੰ, ਇਹਦੇ ਮਨ ਨੂੰ ਪਤਾ ਹੈ। ਬਾਬਾ ਅਮਰਦਾਸ ਸਾਹਿਬ ਜੀ ਇੱਕ ਸਿੱਖ ਬਣਨ ਵਾਸਤੇ ਆਏ ਨੇ ਗੁਰੂ ਚਰਨਾਂ ਵਿੱਚ। ਮੈਂ ਗੁਰੂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ, ਕਿਉਂਕਿ ਮੇਰੇ ਅੰਦਰ ਉਹ ਅੱਜ ਤੱਕ ਜਿਹੜਾ ਹੈ ਆਵਾਜ਼ ਚੱਲ ਰਹੀ ਹੈ, ਧੁਨ ਚੱਲ ਰਹੀ ਹੈ ਕਿ ਭਾਈ ਤੂੰ ਨਿਗੁਰਾ ਹੈ, ਤੇ ਇਸ ਲਈ ਮੈਂ ਗੁਰੂ ਵਾਲਾ ਬਣਨਾ ਹੈ, ਹੋਰ ਮੈਨੂੰ ਕੋਈ ਇੱਛਾ ਨਹੀਂ ਹੈਗੀ। ਭਗਤ ਕਬੀਰ ਜੀ ਕਹਿਣ ਲੱਗੇ, ਸੰਸਾਰ ਦੇ ਹਾਲਾਤ ਇੱਦਾਂ ਦੇ ਨੇ, ਮੰਜ਼ਿਲ ਇਹਨਾਂ ਨੂੰ ਕਿਉਂ ਨਹੀਂ ਪ੍ਰਾਪਤ ਹੁੰਦੀ? ਕਿਉਂਕਿ ਮਾਰਗ ਮੋਤੀ ਬਿਥਰੇ, ਅੰਧਾ ਨਿਕਸਿਓ ਜਾਏ। ਰਸਤੇ ਵਿੱਚ ਹੀਰੇ ਜ਼ਵਾਰਾਤ ਮੋਤੀ ਖਿਲਰੇ ਹੋਣ, ਤੇ ਜੇਕਰ ਆਪਾਂ ਨੇਤਰਹੀਨ ਨੂੰ ਉਹਦੇ ਉੱਪਰ ਚਲਾ ਦਈਏ, ਉਹ ਕੀ ਮਹਿਸੂਸ ਕਰੇਗਾ? ਉਹਦੇ ਵਾਸਤੇ ਤੇ ਕੰਕੜ ਪੱਥਰ ਆਦਿਕ ਇਹ ਵੀ ਚੀਜ਼ਾਂ ਹੋਣਗੀਆਂ, ਹੋਰ ਕੁਝ ਨਹੀਂ ਹੋ ਸਕਦਾ, ਕਿਉਂਕਿ ਉਹਨੂੰ ਦਿਖਦਾ ਨਹੀਂ। ਉਸੇ ਪ੍ਰਕਾਰ ਅਗਿਆਨਤਾ ਦੇ ਹਨੇਰੇ ਵਿੱਚ ਇੰਨਾ ਮਨੁੱਖ ਖਚਿਤ ਹੋ ਚੁੱਕਾ ਹੈ ਕਿ ਇਹਨੂੰ ਅੱਖਾਂ ਹੁੰਦੀਆਂ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਨਜ਼ਰ ਆ ਰਿਹਾ, ਨਾ ਆਪਣੇ ਅੰਦਰ ਨਜ਼ਰ ਆ ਰਿਹਾ, ਨਾ ਬਾਹਰ ਨਜ਼ਰ ਆ ਰਿਹਾ। ਹਨੇਰਾ ਹੀ ਹਨੇਰਾ ਹਰ ਪਾਸੇ, ਘੁੱਪ ਹਨੇਰਾ ਲਈ ਬੈਠਾ ਮਨੁੱਖ, ਉਜਿਆਲਾ ਹੈ ਹੀ ਨਹੀਂ ਕਿਤੇ, ਰੌਸ਼ਨੀ ਹੈ ਹੀ ਨਹੀਂ ਇਹਦੀ ਜ਼ਿੰਦਗੀ ਵਿੱਚ, ਭਟਕਦਾ ਫਿਰ ਰਿਹਾ। ਇਸ ਕਰਕੇ ਸ਼ੁਭ ਗੁਣ ਇਹਨੂੰ ਨਜ਼ਰ ਨਹੀਂ ਆਉਂਦੇ।
कबीर मार्ग मोती बिथुरे अंधा निकस्यो जाए, जोत बिना जगदीश की जगत उलंघे जाए। ਇਹ ਸੰਸਾਰ ਭਉਜਲ ਨੂੰ ਪਾਰ ਕਰਨ ਵਾਸਤੇ ਜੋ ਤਰੀਕਾ ਸੀ ਮਾਲਕ ਵੱਲੋਂ ਮਿਲਣਾ, ਉਹ ਤੋਂ ਅਣਜਾਣ ਹੈ, ਬੇਖਬਰ। ਤੇ ਬਾਬਾ ਅਮਰਦਾਸ ਸਾਹਿਬ ਦੀ ਸੇਵਾ ਇੱਦਾਂ ਦੀ ਹੈ ਜੋ ਸਾਨੂੰ ਵੀ ਸਿਖਾ ਰਹੇ ਨੇ। ਰੰਚਕ ਮਾਤਰ ਵੀ ਇਹ ਚੀਜ਼ ਤੁਹਾਡੇ ਅੰਦਰ ਨਹੀਂ ਆਉਣੀ ਚਾਹੀਦੀ ਕਿ ਮੈਂ ਇੰਨੀ ਸੇਵਾ ਕਰਦਾ ਜਾਂ ਫਲਾਨਾ ਮੈਨੂੰ ਇਹ ਕਹਿ ਕੇ ਚਲੇ ਗਿਆ। ਨਹੀਂ, ਧਿਆਨ ਤੁਹਾਡਾ ਮੰਜ਼ਿਲ ਵੱਲੇ ਹੋਣਾ ਚਾਹੀਦਾ। ਸੁਰਤ ਵਿੱਚ ਇੱਧਰ ਉੱਧਰ ਦੀਆਂ ਬਾਤਾਂ ਨਾ ਵਸਾਓ। ਜੇ ਅਧਿਆਤਮਕ ਦੁਨੀਆ ਦੇ ਅੰਦਰ ਤੁਸੀਂ ਤਰੱਕੀ ਪ੍ਰਾਪਤ ਕਰਨੀ ਹੈ ਤਾਂ ਇਸ ਤਰ੍ਹਾਂ ਦਿਲ ਵਿੱਚੋਂ ਜਿਹੜਾ ਹੈ ਨਾ ਖੁਸ਼ੀ ਗਮੀ ਤਿਆਗ ਕੇ ਬਾਬਾ ਅਮਰਦਾਸ ਸਾਹਿਬ ਦੀ ਸੇਵਾ ਕਰਿਆ ਕਰਦੇ ਸਨ। ਕੋਈ ਖੁਸ਼ੀ ਨਹੀਂ, ਕੋਈ ਗਮ ਨਹੀਂ, ਕਿਉਂਕਿ ਲੋਕ ਸਿਫਤ ਵੀ ਕਰਦੇ ਸੀ, ਲੋਕ ਨਿੰਦਿਆ ਵੀ ਕਰਦੇ ਸੀ, ਦੋਵੇਂ ਸੀ। ਪਰ ਜੇ ਦੋਵਾਂ ਨੂੰ ਆਪਾਂ ਜਿਹੜਾ ਹਿਰਦੇ ਵਿੱਚ ਵਸਾ ਲਿਆ ਤੇ ਫਿਰ ਤੇ ਅਸੀਂ ਉਸ ਮੰਜ਼ਿਲ ਤੱਕ ਪਹੁੰਚ ਨਹੀਂ ਸਕਦੇ, ਕਿਉਂਕਿ ਇਹਦੇ ਵਿੱਚ ਹੀ ਉਲਝ ਕੇ ਰਹਿ ਜਾਵਾਂਗੇ। ਅਸੀਂ ਆਪਣੇ ਆਪ ਨੂੰ ਪੁੱਛ ਲਈਏ ਨਾ, ਕਹਿ ਲਓ ਕਿ ਆਪਾਂ ਇਸ ਚੀਜ਼ ਦੇ ਵਿੱਚ ਫਸੇ ਹੋਏ, ਸਾਡੀ ਇਹ ਅਵਸਥਾ ਹੈਗੀ ਹੈ। ਚਾਰ ਲਫ਼ਜ਼ ਮੈਨੂੰ ਕੋਈ ਚੰਗੇ ਕਹਿ ਦੇਵੇ, ਵਾਹ ਜੀ, ਮੈਂ ਫੁੱਲਿਆ ਨਹੀਂ ਸਮਾਉਂਦਾ। ਚਾਰ ਲਫ਼ਜ਼ ਕੋਈ ਮਾੜੇ ਕਹਿ ਜਾਵੇ ਤੇ ਮੈਨੂੰ ਮੇਰੇ ਤੋਂ ਸਹਿਣ ਨਹੀਂ ਹੁੰਦਾ। ਕਿਉਂ? ਇਹਨਾਂ ਚੀਜ਼ਾਂ ਦਾ ਪ੍ਰਭਾਵ ਮੈਂ ਆਪਣੇ ਅੰਦਰ ਲਿਆ ਹੋਇਆ ਹੈ, ਐਕਸੈਪਟ ਕੀਤਾ ਹੋਇਆ ਹੈ। ਪਰ ਬਾਬਾ ਅਮਰਦਾਸ ਸਾਹਿਬ ਜੀ ਖੁਸ਼ੀ ਗਮੀ ਨੂੰ ਤਿਆਗ ਕੇ ਸੇਵਾ ਕਰਦੇ ਸਨ। ਵੱਡੇ ਭਾਗਾਂ ਵਾਲੇ ਕਿਸੇ ਦੇ ਕਹੇ ਸੁਣੇ ਨੂੰ ਮਨ ਵਿੱਚ ਧਾਰ ਨਹੀਂ ਸੀ ਕਰਦੇ। ਜੋ ਕਹਿੰਦਾ ਸੀ ਜਿੱਦਾਂ ਵੀ ਆ, ਸੁਣਿਆ ਕਿਸੇ ਤੋਂ, ਆਪਣੇ ਅੰਦਰ ਨਹੀਂ ਲੈ ਕੇ ਜਾਣਾ, ਕਿਉਂਕਿ ਅੰਦਰ ਲੈ ਕੇ ਚਲੇ ਗਏ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ, ਉਲਝਣਾ ਪੈ ਜਾਣਗੀਆਂ। ਇਸ ਕਰਕੇ ਸੇਵਾ ਕਰਨ ਲੱਗਿਆ ਸਾਡਾ ਧਿਆਨ ਜਿਹੜਾ ਹੈ ਨਾ ਉਹ ਸੇਵਾ ਦੇ ਵਿੱਚ ਹੀ ਹੋਣਾ ਚਾਹੀਦਾ। ਅਸੀਂ ਜਿਹਦੀ ਸੇਵਾ ਕਰਦੇ ਹਾਂ ਉਹ ਤਰੁੱਠ ਜਾਵੇ, ਉਹ ਖੁਸ਼ ਹੋ ਜਾਵੇ, ਦੁਨੀਆ ਦੇ ਨਾਲ ਸਾਨੂੰ ਕੀ ਲੈਣਾ ਦੇਣਾ ਹੈ। ਬਾਬਾ ਅਮਰਦਾਸ ਸਾਹਿਬ ਜੀ ਦਾ ਇੱਕ ਕਰਮ ਸੀ ਨਿਤ ਦਾ। ਨਿਸ਼ਾਨੀ ਚੰਦ ਕਟਾ ਸ਼ਾਮ ਇੱਕ ਨਿਸ਼ਾ ਮੈਂ ਪਸਰਿਓ ਅੰਧਕਾਰਾ। ਇੱਕ ਰਾਤ ਕਾਲੀ ਘਟਾ ਛਾ ਗਈ, ਹਰ ਪਾਸੇ ਹਨੇਰਾ ਜਿਹੜਾ ਹੈ ਨਾ ਉਹ ਪਸਰ ਗਿਆ। ਕੋਈ ਕਣੀ ਪੈਣ ਕਰਕੇ ਸਾਰੇ ਪਾਸੇ ਜਿਹੜਾ ਨਾ ਚਿੱਕੜ ਹੋ ਗਿਆ ਸੀ। ਕਣੀਆਂ ਪੈਂਦੀਆਂ ਨੇ ਨਾ, ਹੁਣ ਝੜੀਆਂ ਲੱਗਣੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਤੇ ਨਿੱਕੀਆਂ ਨਿੱਕੀਆਂ ਕਣੀਆਂ ਪੈਣਗੀਆਂ, ਧਰਤੀ ਗਿੱਲੀ ਹੋਏਗੀ, ਚਿੱਕੜ ਹੋਏਗਾ ਹਰ ਪਾਸੇ। ਤੇ ਅੱਜ ਕੱਲ੍ਹ ਤੇ ਘਰ ਵੀ ਕੱਚਾ ਹੈ, ਬਾਹਰ ਮਾਫ ਕਰਨਾ, ਘਰ ਵੀ ਪੱਕਾ ਹੈ ਤੇ ਬਾਹਰ ਵੀ ਪੱਕਾ ਹੈ, ਉਹ ਮਹਿਸੂਸ ਨਹੀਂ ਹੁੰਦਾ ਉਹਨਾਂ ਚੀਜ਼ਾਂ। ਪਰ ਉਸ ਸਮੇਂ ਦੀਆਂ ਬਾਤਾਂ ਨੇ, ਘਰ ਵੀ ਕੱਚੇ ਬਾਹਰ ਵੀ ਕੱਚਾ। ਇਸ ਕਰਕੇ ਰੁੱਤ ਮਹਿਸੂਸ ਹੁੰਦੀ ਸੀ, ਅੱਜ ਉਹ ਚੀਜ਼ ਨਹੀਂ ਮਹਿਸੂਸ ਹੁੰਦੀ ਸਾਨੂੰ। ਤੇ ਇੱਕ ਦਿਨ ਜਿਹੜਾ ਕਹਿ ਲਓ ਬੱਦਲ ਛਾਏ ਹੋਏ ਨੇ, ਕਾਲੀ ਰਾਤ ਹੈ, ਛੋਟੀਆਂ ਛੋਟੀਆਂ ਕਹਿ ਲਓ ਕਣੀਆਂ ਪੈਣ ਦੇ ਕਾਰਨ ਚਿੱਕੜ ਹੋ ਗਿਆ ਸੀ। ਸਰਦੀ ਦਾ ਸਮਾਂ ਹੋਣ ਕਰਕੇ ਪਾਲਾ ਵੱਧ ਗਿਆ। ਠੰਡਾਂ ਵਿੱਚ ਵਰਖਾ ਹੋ ਜਾਵੇ ਤੇ ਹੋਰ ਠੰਡ ਵੱਧ ਜਾਂਦੀ। ਸੀਤ ਲਹਿਰ ਕਹਿ ਲਓ ਕਿ ਵਗਣ ਲੱਗ ਪਈ ਹੈ। ਸਰੀਰ ਜਿਹੜਾ ਹੈ ਸੁੰਗੜਦੇ ਨੇ, ਹੱਥ ਪੈਰ ਸੁੰਨ ਹੁੰਦੇ ਨੇ। ਇਸ ਪ੍ਰਕਾਰ ਦਾ ਮਾਹੌਲ ਬਣ ਗਿਆ। ਲੋਕ ਜਿਹੜੇ ਨੇ ਰੂੰ ਦੀਆਂ ਰਜਾਈਆਂ ਦੇ ਵਿੱਚ, ਤਲਾਈਆਂ ਦੇ ਵਿੱਚ, ਕੋਈ ਅੱਗ ਦੇ ਦੁਆਲੇ ਬੈਠਾ ਹੈ, ਆਪਣੀ ਸਰੀਰਕ ਠੰਡ ਨੂੰ ਜਿਹੜਾ ਕਹਿ ਲਓ ਕਿ ਇਹ ਦੂਰ ਕਰ ਲਿਆ ਸੀ। ਕੋਈ ਬਿਸਤਰਿਆਂ ਵਿੱਚ ਬੈਠ ਕੇ, ਕੋਈ ਅੱਗ ਦੇ ਦੁਆਲੇ ਬੈਠਾ ਹੈ ਤੇ ਇਸ ਠੰਡ ਨੂੰ ਜਿਹੜਾ ਹੈ ਦੂਰ ਕਰ ਰਹੇ ਸਨ। ਜਦ ਪਹਿਰ ਰਾਤ ਰਹਿ ਗਈ, ਭਾਵ ਅੰਮ੍ਰਿਤ ਵੇਲਾ ਹੋਇਆ,
ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਸ਼ਨਾਨ ਕਰਨ ਦਾ ਸਮਾਂ ਹੋਇਆ ਹੈ। चले कलश ले हाथ में आलस को टाला। ਆਪਣੇ ਅੰਦਰੋਂ ਆਲਸ ਨੂੰ ਜਿਹੜਾ ਹੈ ਨਾ ਛੱਡ ਕੇ, ਆਲਸ ਤੇ ਰੱਖਿਆ ਹੀ ਨਹੀਂ। ਜਿੰਨੀ ਵੀ ਸੇਵਾ ਕੀਤੀ ਆਲਸ ਤੋਂ ਲਹਿਦਾ ਹੋ ਕੇ ਕੀਤੀ ਹੈ, ਮਨ ਦੀ ਬਾਤ ਸੁਣੀ ਨਹੀਂ। ਆਲਸ ਤਿਆਗ ਕੇ ਗਾਗਰ ਹੱਥ ਵਿੱਚ ਪਕੜੀ ਹੈ ਤੇ ਇਸ਼ਨਾਨ ਕਰਾਉਣ ਵਾਸਤੇ ਜਲ ਭਰਨ ਲਈ ਬਾਬਾ ਅਮਰਦਾਸ ਸਾਹਿਬ ਜੀ ਤੁਰ ਪਏ ਹਨ। परियो जाए सिर पर करियो हट आवन लागे। ਗਾਗਰ ਦੀ ਜਿਹੜਾ ਹੈ ਨਾ, ਗਾਗਰ ਜਿਹੜੀ ਸੀ ਉਹ ਪਾਣੀ ਦੇ ਨਾਲ ਭਰ ਲਈ ਹੈ, ਜਲ ਦੇ ਨਾਲ ਭਰ ਲਈ ਹੈ ਤੇ ਸਿਰ ਉੱਤੇ ਰੱਖ ਕੇ ਤੇ ਪਿਛਾਂਹ ਨੂੰ ਮੁੜਨ ਲੱਗੇ ਹਨ। सने सने श्री अमर जी पग राखे आगे। ਹੌਲੀ ਹੌਲੀ, ਹੁਣ ਕਿਉਂਕਿ ਜ਼ਮੀਨ ਗਿੱਲੀ ਹੈ, ਚਿੱਕੜ ਹੋਇਆ ਪਿਆ ਹੈ, ਤੇ ਹੌਲੀ ਹੌਲੀ ਕਦਮ ਰੱਖਦੇ ਨੇ ਬਾਬਾ ਅਮਰਦਾਸ ਸਾਹਿਬ ਜੀ। ਇੱਕ ਬਜ਼ੁਰਗੀ ਅਵਸਥਾ ਹੈ, 73-74 ਸਾਲ ਦੀ ਉਮਰ ਹੈ ਤੇ ਇਸ ਉਮਰ ਦੇ ਵਿੱਚ ਗਾਗਰ ਦੀ ਜਲ ਸਿਰ, ਗਾਗਰ ਦਾ ਜਿਹੜਾ ਕਹਿ ਲਓ, ਗਾਗਰ ਵਿੱਚ ਪਾਣੀ ਭਰਿਆ ਹੋਇਆ, ਜੋ ਭਰੀ ਜਲ ਦੀ ਜਿਹੜੀ ਗਾਗਰ ਹੈ ਉਹ ਸਿਰ ਤੇ ਹੈ ਤੇ ਸੁਭਾਵਕ ਹੈ ਕਿ ਚਿੱਕੜ ਦੇ ਵਿੱਚ ਕਦਮ ਜਿਹੜਾ ਸੰਭਾਲ ਕੇ ਰੱਖਣੇ ਪੈਣਗੇ, ਕਿਉਂਕਿ ਤਿਲਕ ਜਾਂਦੇ, ਡਿੱਗ ਪੈਂਦੇ ਤੇ ਉਹਦੇ ਨਾਲ ਕੀ ਹੈ, ਫਿਰ ਜਿਹੜਾ ਹੈ ਕਹਿ ਲਓ ਕਿ ਉਹ ਪਾਣੀ ਜਿਹੜਾ ਗੁਰੂ ਸਾਹਿਬ ਜੀ ਦੇ ਇਸ਼ਨਾਨ ਦੇ ਲਈ ਲਿਆਂਦਾ ਜਾ ਰਿਹਾ ਸੀ, ਉਹ ਰੁੜ ਜਾਣਾ ਹੈ। ਇਸ ਲਈ ਹੌਲੀ ਹੌਲੀ ਕਦਮ ਰੱਖ ਕੇ ਅੱਗੇ ਨੂੰ ਵੱਧ ਰਹੇ ਹਨ। फिसले पग तल सागिरे जल पहुँचे नाही। ਰਾਹ ਵਿੱਚ ਆਉਂਦਿਆਂ ਮਨ ਵਿੱਚ ਇਹੋ ਹੀ ਚਿੰਤਾ ਸੀ ਕਿ ਕਿਤੇ ਪੈਰ ਤਿਲਕਣ ਨਾਲ ਗਾਗਰ ਨਾ ਡਿੱਗ ਪਵੇ, ਹੋਰ ਕੋਈ ਚਿੰਤਾ ਨਹੀਂ। ਕਿੰਨਾ ਫਿਕਰ ਹੈ, ਵੇਖੋ, ਆਪਣੇ ਸਰੀਰ ਦਾ ਕੋਈ ਫਿਕਰ ਨਹੀਂ ਕਿ ਲੋਕੀ ਜਿਹੜਾ ਰਜਾਈਆਂ ਵਿੱਚ ਪਏ ਹੋਏ ਨੇ ਤੇ ਇੱਕ ਬਿਰਧ ਸਰੀਰ ਜਿਹੜਾ ਹੈ ਉਹ ਕਮਾਈ ਇਹੋ ਜਿਹੀ ਕਰ ਰਿਹਾ ਹੈ ਕਿ ਰਹਿੰਦੀ ਦੁਨੀਆ ਤੱਕ ਅਸੀਂ ਉਹਨਾਂ ਤੋਂ ਸੇਧ ਲੈਂਦੇ ਰਵਾਂਗੇ, ਐਸੀ ਕਮਾਈ ਕੀਤੀ ਉਹਨਾਂ ਨੇ। ਮਨ ਵਿੱਚ ਇਹੋ ਹੀ ਸੀ, ਮਨਾ ਕਿਤੇ ਤਿਲਕ ਨਾ ਜਾਵਾਂ, ਕਿਉਂ, ਗਾਗਰ ਡਿੱਗ ਪਏਗੀ, ਜਲ ਡੁੱਲ ਜਾਏਗਾ ਤੇ ਗੁਰੂ ਸਾਹਿਬ ਜੀ ਦੇ ਇਸ਼ਨਾਨ ਕਰਨ ਦਾ ਸਮਾਂ ਜਿਹੜਾ ਨਾ ਉਹ ਲੰਘ ਜਾਏਗਾ। ਜੇ ਸਮੇਂ ਕਰਦੇ ਨੇ, ਜੇ ਗਾਗਰ ਨਾ ਪਹੁੰਚੀ ਤੇ ਇਸ਼ਨਾਨ ਨਹੀਂ ਹੋਏਗਾ। ਇਸ ਲਈ ਮਨ ਦੇ ਵਿੱਚ ਇਹੋ ਹੀ ਚਿਤਵਨੀਆਂ ਚੱਲ ਰਹੀਆਂ ਸਨ। तरे समो इशनान को इस चिंता माही। ਇਸੇ ਚਿੰਤਾ ਦੇ ਵਿੱਚ ਜਿਹੜਾ ਹੈ ਹੌਲੀ ਹੌਲੀ ਕਦਮ ਪੁੱਟ ਰਹੇ ਸਨ। धर्मशाल के पंथ में करहु तो जुलाहे। ਧਰਮਸ਼ਾਲ ਦੇ ਰਾਹ ਦੇ ਵਿੱਚ, ਜਿੱਥੇ ਖਡੂਰ ਸਾਹਿਬ ਦੀ ਧਰਤੀ ਹੈ ਤੇ ਬਿਆਸਾ ਦਰਿਆ, ਇਹਦੇ ਵਿਚਕਾਰ ਕਹਿ ਲਓ ਕਿ ਜੁਲਾਹਿਆਂ ਦਾ ਘਰ ਹੁੰਦਾ ਸੀ। गिरियो नीर तिन ते तहाँ कर दम बहुताहे। ਉਹਨਾਂ ਦੇ ਘਰ ਦੇ ਬਾਹਰ ਪਾਣੀ ਸੁੱਟਿਆ ਹੋਇਆ ਸੀ ਤੇ ਜਿਸ ਕਰਕੇ ਤਹਾਂ ਕਰਦਮ ਬਹੁਤਾਹੇ, ਕਰਦਮ ਦਾ ਅਰਥ ਹੁੰਦਾ ਚਿੱਕੜ, ਪਾਣੀ ਬੜਾ ਖੜਾ ਸੀ ਅੱਗੇ, ਜਿਸ ਕਰਕੇ ਉਸ ਜਗ੍ਹਾ ਤੇ ਚਿੱਕੜ ਬੜਾ ਹੋ ਗਿਆ ਸੀ। मंद मंद बूंदन गिरे पुन पंख सुलयाते। ਹਲਕੀਆਂ ਹਲਕੀਆਂ ਬੂੰਦਾਬਾਂਦੀ ਜਿਹੜੇ ਨਾ ਹਲਕੀ ਹਲਕੀ ਹੋ ਰਹੀ ਸੀ, ਕਣੀਆਂ ਜਿਹੜੀਆਂ ਉਹ ਪੈ ਰਹੀਆਂ ਸਨ, ਚਿੱਕੜ ਹੋਰ ਵੱਧ ਰਿਹਾ ਸੀ। अधिक अंधेरो होई रहियो मग लखियो न आते। ਬੱਦਲਵਾਈ ਹੋਣ ਕਰਕੇ ਹਨੇਰਾ ਜਿਹੜਾ ਸੀ ਉਹ ਹੋਰ ਵੱਧ ਗਿਆ। ਤੇ ਜਦੋਂ ਬੱਦਲ ਆਉਂਦਾ ਹੈ, ਆਪ ਨੇ ਤੇ ਇਹ ਦ੍ਰਿਸ਼ ਵੇਖਿਆ ਹੀ ਹੈ, ਦਿਨ ਹੋਵੇ ਤਾਂ ਵੀ ਜਿਹੜਾ ਹੈ ਰਾਤ ਵਰਗਾ ਹੀ ਮਹਿਸੂਸ ਹੁੰਦਾ ਹੈ, ਤੇ ਰਾਤ ਨੂੰ ਕੀ ਹਾਲ ਹੋਏਗਾ, ਘੁੱਪ ਹਨੇਰਾ ਹੋ ਜਾਏਗਾ। ਇਸ ਕਰਕੇ ਇੱਕ ਪਾਸੇ ਬਰਸਾਤ ਹੈ, ਹਲਕੀਆਂ ਹਲਕੀਆਂ ਕਣੀਆਂ ਪੈ ਰਹੀਆਂ ਨੇ, ਬੱਦਲਵਾਈ ਹੋਣ ਕਰਕੇ ਹਨੇਰਾ ਬਹੁਤ ਵੱਧ ਗਿਆ ਤੇ ਰਾਹ ਦਿਸਣ ਵਿੱਚ ਨਹੀਂ ਆਉਂਦਾ। एक करीर को किलक ते छित गड्डियो जुलाहे। ਜੁਲਾਹੇ ਨੇ ਆਪਣੇ ਘਰ ਦੇ ਅੱਗੇ ਇੱਕ ਜਿਹੜਾ ਹੈ ਕਰੀਰ ਦਾ ਕਿਲਾ ਗੱਡਿਆ ਹੋਇਆ ਸੀ। चीर बुनाई तिस बांध कर कुंडल पुन माहे। ਉਸ ਨਾਲ ਉਹ ਖੱਡੀ ਬੰਨ੍ਹ ਕੇ ਤੇ ਕੱਪੜਾ ਉਣਦਾ ਹੁੰਦਾ ਸੀ, ਉਹਨੇ ਉੱਥੇ ਕਿਲਾ ਗੱਡਿਆ ਹੋਇਆ ਸੀ। आए जब श्री अमर ते पग कीले लागा। ਆਏ ਜਬ ਸ਼੍ਰੀ ਅਮਰ ਤਹਿ
ਬਾਬਾ ਅਮਰਦਾਸ ਸਾਹਿਬ ਜੀ ਉਸ ਘਰ ਦੇ ਜਦੋਂ ਸਾਹਮਣੇ ਆਏ ਨੇ, ਪੱਗ ਕੀਲੇ ਲਾਗਾ, ਬਾਬਾ ਅਮਰਦਾਸ ਸਾਹਿਬ ਜੀ ਦੇ ਚਰਨ ਜਿਹੜੇ ਨੇ, ਪੈਰ ਹੈ, ਉਹ ਕਿਲੇ ਦੇ ਨਾਲ ਜਿਹੜਾ ਹੈ ਟੱਚ ਹੋਇਆ, ਕਹਿ ਲਓ ਕਿ ਠੇਡਾ ਲੱਗ ਗਿਆ। ਉਸ ਕਿਲੇ ਦੇ ਨਾਲ ਉਹ ਬਾਬਾ ਅਮਰਦਾਸ ਸਾਹਿਬ ਜੀ ਦਾ ਪੈਰ ਲੱਗਾ ਹੈ। ਨਿਕਟ ਗਿਰੇ ਕੁੰਡਲ ਵਿਖੇ ਨੈ ਸੰਭਲ ਆਗਾ, ਨੇੜੇ ਹੀ ਖੱਡੀ ਵਿੱਚ ਜਿਹੜਾ ਹੈ ਡਿੱਗ ਪਏ ਨੇ, ਆਪਣੇ ਆਪ ਨੂੰ ਸੰਭਾਲ ਨਾ ਸਕੇ। ਕਲਸ਼ ਬਚਾਵਨ ਕਾਰਨੇ ਬਲਕੀਨ ਬਡੇਰਾ, ਪਰ ਗਾਗਰ ਨੂੰ ਥੱਲੇ ਡਿੱਗਣ ਤੋਂ ਬਚਾਉਣ ਦੇ ਲਈ ਬੜਾ ਜ਼ੋਰ ਲਾਇਆ ਹੈ। ਨੀਰ ਨਗਿਰ ਨੇ ਦੀਨ ਤਿਸ ਥੰਬਿਓ ਤਿਸ ਬੇਰਾ, ਤੇ ਗਾਗਰ ਜਿਹੜੀ ਹੈ ਉਹ ਡਿੱਗਣ ਨਹੀਂ ਦਿੱਤੇ, ਖੁਦ ਡਿੱਗ ਪਏ ਨੇ, ਪਰ ਗਾਗਰ ਦੇ ਵਿੱਚੋਂ ਪਾਣੀ ਜਿਹੜਾ ਹੈ ਨਾ ਉਹ ਬਾਹਰ ਨਹੀਂ ਨਿਕਲਿਆ। ਕਹਿਣ ਤੋਂ ਭਾਵ ਇਹ ਹੈ ਕਿ ਗਾਗਰ ਨੂੰ ਸੰਭਾਲ ਕੇ ਰੱਖਿਆ ਹੈ, ਕਿਉਂਕਿ ਚਿੰਤਾ ਪਹਿਲਾਂ ਹੀ ਸੀ ਕਿ ਕਿਤੇ ਜਿਹੜਾ ਹੈ ਪੈਰ ਨਾ ਤਿਲਕ ਜਾਵੇ, ਇਹ ਜਲ ਨਾ ਡੁੱਲ ਜਾਵੇ। ਆਪਣੇ ਆਪ ਨੂੰ ਭਾਵੇਂ ਉਹਨਾਂ ਨੇ ਯਤਨ ਕੀਤਾ ਰੋਕਣ ਦਾ, ਡਿੱਗਣੋਂ ਨਹੀਂ ਹੋਏ, ਤੇ ਇਸ ਲਈ ਬਾਬਾ ਅਮਰਦਾਸ ਸਾਹਿਬ ਜੀ ਨੇ ਪਾਣੀ ਦੇ ਨਾਲ ਭਰੀ, ਜਲ ਦੇ ਨਾਲ ਭਰੀ ਹੋਈ ਗਾਗਰ ਨੂੰ ਸੰਭਾਲ ਕੇ ਰੱਖਿਆ ਹੈ। ਨੀਟ ਨੀਟ ਕਲਸਾ ਤਬੈ ਸਿਰ ਉੱਪਰ ਰਾਖਿਓ, ਹੌਲੀ ਹੌਲੀ ਗਾਗਰ ਨੂੰ ਫਿਰ ਸਿਰ ਉੱਤੇ ਟਿਕਾ ਲਿਆ, ਕਿਉਂਕਿ ਬਿਰਧ ਅਰਬਲਾ ਤੇ ਇਹ ਤੇ ਹੈ ਨਹੀਂ ਕਿ 2-4 ਲੀਟਰ ਦੀ ਗਾਗਰ ਹੋਏਗੀ, ਸੁਭਾਵਕ ਹੈ 10-15 ਲੀਟਰ ਦੀ ਤੇ ਹੋਏਗੀ, ਜਿਹਦੇ ਨਾਲ ਇਸ਼ਨਾਨ ਹੋ ਸਕੇ। ਤੇ ਉਸ ਗਾਗਰ ਨੂੰ ਹੌਲੀ ਹੌਲੀ ਜਿਹੜਾ ਹੈ ਨਾ ਆਪਣੇ ਸ਼ੀਸ਼ ਤੇ ਫਿਰ ਟਿਕਾ ਲਿਆ ਹੈ। ਮਾਚਲ ਕੋ ਨੈ ਬਿਲਮ ਹੋਏ ਗੁਰ ਦਿਸ਼ਾ ਬਿਲਾਖਿਓ, ਮਨ ਵਿੱਚ ਇਹੋ ਹੀ ਇੱਛਾ ਸੀ ਕਿ ਗੁਰੂ ਸਾਹਿਬ ਜੀ ਦੇ ਇਸ਼ਨਾਨ ਕਰਾਉਣ ਦੇ ਵਿੱਚ ਕੋਈ ਜਿਹੜਾ ਨਾ ਦੇਰੀ ਨਾ ਹੋ ਜਾਵੇ। ਪਰੀ ਜੁਲਾਹੀ ਸਦਨ ਮੈਂ ਅਰਹੁ ਤੋ ਜੁਲਾਹਾ, ਜੁਲਾਹਾ ਤੇ ਜੁਲਾਹੀ ਆਪਣੇ ਘਰ ਦੇ ਵਿੱਚ ਲੰਮੇ ਪਏ ਹੋਏ ਸਨ। ਪਇਓ ਖੜਕ ਸੁਨ ਕੇ ਸ਼ਬਦ ਬਾਹਰ ਕੋ ਆਹਾ, ਬਾਹਰ ਕਿਸੇ ਦੇ ਡਿੱਗਣ ਦਾ ਖੜਾਕ ਸੁਣ ਕੇ ਤੇ ਜੁਲਾਹੇ ਨੇ ਇਹ ਸ਼ਬਦ ਵਰਤੇ ਨੇ, ਭਈ ਕੌਣ ਹੈ? ਗਿਰਿਓ ਕੌਣ ਇਸ ਥਲ ਵਿਖੇ ਤਸ਼ਕਰ ਹੈ ਕੋ, ਇਸ ਤਰ੍ਹਾਂ ਇਸ ਥਾਂ ਤੇ ਜਿਹੜਾ ਹੈ ਕੌਣ ਡਿੱਗਣ ਲੱਗਾ ਹੈ, ਕੌਣ ਡਿੱਗ ਪਿਆ ਹੈ? ਕੀ ਕੋਈ ਚੋਰ ਹੈ ਜਾਂ ਕੋਈ ਹੋਰ ਮਨੁੱਖ ਹੈ? ਸਾਨੂੰ ਉੱਤਰ ਦੇਵੋ। ਕਿਤੋਂ ਅਪਰ ਮਾਨਵ ਹੈ ਉੱਤਰ ਦੇਸੋ, ਜੁਲਾਹੇ ਦੀ ਇਹ ਗੱਲ ਸੁਣ ਕੇ ਅਸਲ ਦੇ ਵਿੱਚ ਜਿਹੜਾ ਹੈ ਬਾਬਾ ਅਮਰਦਾਸ ਸਾਹਿਬ ਜੀ ਨੇ ਦੱਸਿਆ, ਮੈਂ ਸਤਿਗੁਰੂ ਜੀ ਦਾ ਦਾਸ ਹਾਂ, ਜਲ ਲੈ ਕੇ ਆਇਆ ਹਾਂ। ਸੁਨਿਓ ਜੁਲਾਹੇ ਕੋ ਪਨਿਓ ਸ਼੍ਰੀ ਅਮਰ ਬਤਾਇਓ, ਇਹ ਸੁਣ ਕੇ ਜੁਲਾਹੇ ਨੇ ਕਿਹਾ, ਇਸ ਸਮੇਂ ਇੰਨੀ ਠੰਡ ਅਤੇ ਹਨੇਰੇ ਵਿੱਚ ਕੌਣ ਦਾਸ ਹੈ? ਮੈਂ ਸਤਿਗੁਰ ਕੋ ਦਾਸ ਹੂੰ ਲੈ ਬੇ ਚਲ ਆਇਓ, ਇਸ ਪ੍ਰਕਾਰ ਅਸਲ ਦੇ ਵਿੱਚ ਮੈਂ ਜਲ ਲੈ ਕੇ ਆਇਆ ਹਾਂ ਬਿਆਸਾ ਦਰਿਆ ਤੋਂ, ਤੇ ਮੈਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਭੌਰਾ ਹਾਂ। ਕੌਣ ਦਾਸ ਇਸ ਕਾਲ ਮੈਂ ਪਾਲਾ ਅੰਧਕਾਰਾ, ਇੰਨਾ ਪਾਲਾ, ਇੰਨੀ ਠੰਡ, ਇੰਨਾ ਹਨੇਰਾ, ਤੇ ਇਸ ਹਨੇਰੇ ਵਿੱਚ, ਇੰਨੀ ਬਰਸਾਤ ਦੇ ਵਿੱਚ ਕੌਣ ਦਾਸ? ਬੂੰਦਾ ਬਰਕਤ ਕਨਕਟਾ ਅਵਨੀ ਪਰਗਾਰਾ, ਬਾਰਿਸ਼ ਹੋ ਰਹੀ ਹੈ, ਗਾੜੇ ਬੱਦਲ ਛਾਏ ਹੋਏ ਨੇ, ਧਰਤੀ ਤੇ ਚਿੱਕੜ ਹੈ। ਸੁਨਤ ਜੁਲਾਹੀ ਨੇ ਪਨਿਓ ਔਰ ਨ ਅਸਕੋ, ਇਹ ਸੁਣ ਕੇ ਜੁਲਾਹੀ ਨੇ ਫਿਰ ਇਹ ਗੱਲ ਕਹੀ ਹੈ, ਇਹੋ ਜਿਹੇ ਸਮੇਂ ਵਿੱਚ ਹੋਰ ਕੋਈ ਨਹੀਂ ਹੋ ਸਕਦਾ, ਅਜਿਹੇ ਸਮੇਂ ਦੇ ਵਿੱਚ ਹੋਰ ਕੋਈ ਨਹੀਂ ਹੋ ਸਕਦਾ। ਨਿਰਥਾਵਾ ਅਮਰੂ ਫਿਰੇ ਇਸ ਚਿਨ ਹੋਏ ਸੋ, ਅਜਿਹੇ ਸਮੇਂ ਵਿੱਚ ਕੇਵਲ ਨਿਥਾਵਾਂ ਅਮਰੂ ਹੀ ਫਿਰਦਾ ਹੈ। ਇਹ ਸ਼ਬਦ ਵਰਤੇ ਬਾਬਾ ਅਮਰਦਾਸ ਸਾਹਿਬ ਜੀ ਨੂੰ। ਉਹ ਜੁਲਾਹੀ ਕਹਿੰਦੀ ਹੈ, ਇਹ ਜੋ ਕਹਿ ਰਹੇ ਨੇ ਨਾ ਠੀਕ ਕਹਿ ਰਹੇ ਨੇ, ਕਿਉਂਕਿ ਇਸ ਸਮੇਂ ਇਹੋ ਹੀ ਤੁਰੇ ਫਿਰਦੇ ਨੇ ਰਾਤ ਨੂੰ, ਇਹ ਹੋਰ ਕੋਈ ਨਹੀਂ, ਅਮਰੂ ਨਿਥਾਵਾਂ ਹੈ, ਇਸ ਵੇਲੇ ਇਹੋ ਹੀ ਫਿਰਦਾ ਹੈ। ਨਿਸ ਦਿਨ ਇਸ ਕੋ ਚੈਨ ਨੈ ਇਤ ਉਤ ਨਿਤ ਡੋਲੇ, ਦਿਨ ਰਾਤ ਇਸ ਨੂੰ ਚੈਨ ਨਹੀਂ ਆਉਂਦਾ, ਇੱਧਰ ਉੱਧਰ ਜਿਹੜਾ ਹੈ ਨਾ
ਤੁਰਦਾ ਫਿਰਦਾ ਰਹਿੰਦਾ ਹੈ। ਇਹ ਲਫ਼ਜ਼ ਉਹ ਜੁਲਾਹੀ ਦੇ ਨੇ ਤੇ ਸੁਭਾਵਕ ਹੈ ਸੰਸਾਰ ਤੋਂ ਇਹ ਬਾਤਾਂ ਸੁਣਨੀਆਂ ਪੈਂਦੀਆਂ ਨੇ। ਜਦੋਂ ਜੁੜਨਾ ਸ਼ੁਰੂ ਹੋ ਜਾਓਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਇਆ ਜਿਹੜੀ ਹੈ ਤੋੜਨ ਵਾਸਤੇ ਆਉਂਦੀ ਸਨ। ਤੇ ਸਾਡੇ ਵਰਗਿਆਂ ਨੂੰ ਜੇ ਸ਼ਬਦਾਵਲੀ ਕੋਈ ਵਰਤ ਦੇਵੇ ਸੇਵਾ ਕਰਦਿਆਂ, ਮੈਂ ਤਾਂ ਬੇਨਤੀ ਕਰਦਾ ਰਹਿਣਾ ਕਿਉਂਕਿ ਅਸੀਂ ਆਪਣੇ ਆਪ ਦੀ ਨਾਲ ਪੜਚੋਲ ਕਰਦੇ ਜਾਈਏ ਨਾ, ਫਿਰ ਅਸੀਂ ਸਮਝ ਜਾਵਾਂਗੇ ਕਿ ਅਸੀਂ ਕਿੰਨੇ ਕੁ ਵੱਡੇ ਗੁਰੂ ਕੇ ਸਿੱਖ ਹਾਂ, ਕਿੰਨੇ ਕੁ ਜੁੜੇ ਆ ਤੇ ਕਿੰਨੇ ਕੁ ਹਾਲੇ ਨਹੀਂ ਜੁੜੇ, ਕਿੰਨੇ ਕੁ ਨੇੜੇ ਆ ਕਿੰਨੇ ਕੁ ਦੂਰ ਆ, ਸਭ ਸਮਝ ਆ ਜਾਏਗੀ। ਇਹੋ ਜਿਹੀ ਸ਼ਬਦਾਵਲੀ ਜੇਕਰ ਮੇਰੇ ਲਈ ਵਰਤੀ ਜਾਵੇ ਕੀ ਹੋਏਗਾ ਮੇਰਾ, ਮੈਂ ਕੀ ਅਗਲੇ ਨੂੰ ਜਵਾਬ ਦਿਆਂਗਾ ਜਾਂ ਤੁਸੀਂ ਕੀ ਜਵਾਬ ਦਿਓਗੇ ਅਗਲੇ ਨੂੰ। ਉਹ ਤੇ ਮਾਨਸਿਕ ਅਵਸਥਾ ਹੀ ਜਿਹੜੀ ਸਾਡੀ ਦੱਸੇਗੀ ਕਿ ਹਾਂ ਅਸੀਂ ਕਿੱਥੇ ਖੜੇ ਹਾਂ। ਜਦੋਂ ਇਹ ਲਫ਼ਜ਼ ਵਰਤੇ ਨੇ ਕਹਿਣ ਲੱਗੇ ਇਹੋ ਹੀ ਹੋ ਸਕਦਾ ਹੈ, ਇਸ ਸਮੇਂ ਇਹੋ ਹੀ ਤੁਰਿਆ ਫਿਰਦਾ ਹੈ ਕਿਉਂਕਿ ਦਿਨ ਰਾਤ ਇਹਨਾਂ ਨੂੰ ਚੈਨ ਨਹੀਂ ਹੈ। ਖਾਏ ਪੇਟ ਨਿਤ ਪਰਤ ਹੈ ਕਿ ਸੋ ਨ ਬੋਲੇ। ਨਿਤ ਪੇਟ ਭਰ ਕੇ ਖਾ ਲੈਂਦਾ ਹੈ, ਆਹ ਲਫ਼ਜ਼ ਵਰਤੇ ਜਾ ਰਹੇ ਤੇ ਹੋਰ ਕਿਸੇ ਦੇ ਨਾਲ ਬੋਲਦਾ ਨਹੀਂ। ਕੁਲ ਗ੍ਰਹਿ ਤਜ ਉਪਹਾਸ ਸੇ ਰਹਿ ਤਪੇ ਨ ਜੀ ਕਾ। ਆਪਣਾ ਘਰ ਛੱਡ ਕੇ ਲੋਕਾਂ ਦਾ ਹਾਸਾ ਠੱਠਾ ਸਹਾਰ ਕੇ, ਲੋਕੀ ਮਖੌਲ ਕਰਦੇ ਨੇ ਪਰ ਫਿਰ ਵੀ ਇਹਨਾਂ ਨੂੰ ਲੱਗਦੀ ਨਹੀਂ। ਤੇ ਮਤਲਬ ਬਾਬਾ ਅਮਰਦਾਸ ਸਾਹਿਬ ਜੀ ਨੂੰ ਲੋਕਾਂ ਨਾਲ ਨਹੀਂ ਹੈ। ਤੇ ਜੇ ਅਸੀਂ ਮਤਲਬ ਲੋਕਾਂ ਨਾਲ ਰੱਖਾਂਗੇ ਨਾ ਫਿਰ ਉਹਨਾਂ ਚੀਜ਼ਾਂ ਦਾ ਪ੍ਰਭਾਵ ਪਏਗਾ। ਸਾਡੇ ਤੇ ਪ੍ਰਭਾਵ ਕਿਉਂ ਪੈਂਦਾ ਹੈ? ਇੱਥੋਂ ਦਾ ਮਾਹੌਲ ਵੇਖਦੇ ਜੋ, ਇੱਕ ਕੋਈ ਜਿਹੜਾ ਹੈ ਉੱਚੀ ਸੁਰ ਦੇ ਵਿੱਚ ਤੁਹਾਨੂੰ ਕੋਈ ਕਹਿ ਜਾਵੇ, ਹੈ ਜਰਨ ਦੀ ਅਵਸਥਾ ਤੁਹਾਡੇ 'ਚ ਨਹੀਂ ਹੈਗੀ, ਬੜਾ ਔਖਾ ਹੈ। ਕੁਝ ਬਾਤਾਂ ਜਿਹੜੀਆਂ ਐਸੀਆਂ ਹੁੰਦੀਆਂ ਨੇ ਗੁਰੂ ਘਰ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਨਾ, ਜੇ ਕੋਈ ਸਾਨੂੰ ਕੋਈ ਬੁਰਾ ਕਹਿੰਦਾ ਹੈ ਨਾ, ਝੋਲੀ ਵਿੱਚ ਪਵਾ ਕੇ ਘਰ ਨੂੰ ਚਲੇ ਜਾਇਆ ਕਰੋ। ਹੈ ਔਖਾ ਹੈ, ਮੈਂ ਫਿਰ ਬੇਨਤੀ ਕਰਾਂਗਾ ਔਖਾ ਹੈ, ਕਿਉਂਕਿ ਉਹ ਇੱਕ ਕਹੇਗਾ ਅਸੀਂ ਚਾਰ ਸੁਣਾਉਣ ਦੇ ਸਮਰੱਥ ਹਾਂ ਕਿ ਅਸੀਂ ਚਾਰ ਸੁਣਾ ਸਕਦੇ ਉਹਨੂੰ, ਪਰ ਜਿਹੜਾ ਅੰਦਰ ਸਾਡਾ ਖਿੰਡਦਾ ਹੈ ਉਹ ਕਿੱਥੇ ਜਾਏਗਾ। ਫਿਰ ਅਸੀਂ ਤੇ ਮਸਾਂ ਕਿਤੇ ਜੋੜਿਆ ਸੀ ਇਹਨੂੰ, ਪਰ ਕੀ ਹੋਇਆ, ਮਾਇਆ ਕਿਸੇ ਰੂਪ ਵਿੱਚ ਆਈ, ਕਿਸੇ ਤੋਂ ਉਹਨੇ ਕੁਝ ਬੁਲਾ ਦਿੱਤਾ ਸਾਡੇ ਪ੍ਰਤੀ ਤੇ ਅਸੀਂ ਉਹਨੂੰ ਵੀ ਚਾਰ ਸੁਣਾ ਦਿੱਤੀਆਂ। ਕੀ ਹੋਇਆ, ਮਾਹੌਲ ਖਰਾਬ ਹੋ ਗਿਆ ਅੰਦਰ ਦਾ। ਇਹ ਅਸੀਂ ਨਹੀਂ ਜਾਣ ਸਕਦੇ, ਇੰਨੀ ਅਵਸਥਾ ਸਾਡੀ ਉੱਚੀ ਨਹੀਂ ਹੈ ਕਿ ਅਸੀਂ ਉਸ ਮਨੁੱਖ ਦੇ ਅੰਦਰ ਇੱਕ ਮਾਇਆ ਨੂੰ ਵੇਖ ਸਕੀਏ ਕਿ ਆਹ ਕੰਮ ਕਰ ਰਹੀ ਹੈ ਸਾਡੇ ਅੰਦਰ। ਇਸ ਲਈ ਜਿਹੜਾ ਹੈ ਅਸੀਂ ਕਮਾਈ ਕਰਨ ਆਉਂਦੇ ਹਾਂ ਨਾ, ਇੱਥੇ ਕੋਈ ਸਿੱਖਣ ਆਉਂਦੇ ਹਾਂ ਤੇ ਕੋਈ ਚੰਗਾ ਕਹਿ ਦੇਵੇ ਮਾੜਾ ਕਹਿ ਦੇਵੇ, ਝੋਲੀ ਅੱਡ ਕੇ ਤੇ ਪਵਾ ਲਿਆ ਕਰੋ, ਕਿਉਂਕਿ ਸਮਰੱਥ ਬੈਠਾ ਹੋਇਆ ਹੈ, ਡੋਰੀ ਉੱਤੇ ਛੱਡ ਦਿਓ। ਕੋਈ ਨਹੀਂ, ਅਗਲੇ ਨੇ ਬੋਲਤਾ ਤੇ ਠੀਕ ਹੈ, ਕੋਈ ਗੱਲ ਨਹੀਂ, ਇਹਨੇ ਮੈਨੂੰ ਥੋੜ੍ਹੀ ਕਿਹਾ ਹੈ, ਇਹਨੇ ਤੇ ਗੁਰੂ ਨੂੰ ਕਿਹਾ। ਤੇ ਜਦੋਂ ਅਸੀਂ ਖੁਦ ਹੀ ਬੈਠੇ ਹਾਂ ਆਪਣਾ ਮਾਹੌਲ ਖਰਾਬ ਕਰਨ ਵਾਸਤੇ, ਤੇ ਫਿਰ ਗੁਰੂ ਵੀ ਕੀ ਕਹੇਗਾ ਕਿ ਭਾਈ ਤੈਨੂੰ ਤੇ ਸਿਖਾਉਣਾ ਮੈਂ ਰੋਜ਼, ਕਿ ਝਗੜਾ ਖਤਮ ਕਰ ਲੈ ਆਪਣੇ ਅੰਦਰ ਦਾ, ਬਾਹਰ ਮੁਖੀ ਆਪੇ ਹੋ ਜਾਏਗਾ। ਕੁਝ ਬਾਤਾਂ ਜਿਹੜੀਆਂ ਨੇ ਸਹਾਰ ਲੈਣੀਆਂ ਚਾਹੀਦੀਆਂ ਨੇ ਇਸ ਦਾਇਰੇ ਵਿੱਚ ਆ ਕੇ, ਤੇ ਜੇ ਸਾਨੂੰ ਸਹਾਰਨੀਆਂ ਆ ਗਈਆਂ ਅਸੀਂ ਝੋਲੀ ਵਿੱਚ, ਉਹ ਕਹਿ ਲਓ ਕਿ ਇੱਕ ਦਾਤ ਹੀ ਪਵਾ ਲਈ ਕਿ ਹਾਂ ਕੋਈ ਗੱਲ ਨਹੀਂ, ਇਹ ਵੀ ਗੁਰੂ ਦੀ ਦਾਤ ਹੀ ਹੈ, ਜਿਵੇਂ ਮਾਲਕ ਨੂੰ ਚੰਗਾ ਲੱਗੇ।
ਉਹਨੇ ਧੱਕੇ ਪਾਉਣੇ ਆ ਜਾਂ ਉਹਨੇ ਆਪਣੇ ਕੋਲ ਰੱਖਣਾ ਹੈ, ਤੇ ਮਾਲਕ ਦੀ ਮਰਜ਼ੀ ਹੈ ਨਾ। ਪਰਖ ਹੁੰਦੀ ਹੈ ਨਾ ਕਿਤੇ ਨਾ ਕਿਤੇ ਸਾਡੀ, ਅਸੀਂ ਪਰਖਾਂ ਤੇ ਕਰਦੇ ਆ ਰਹੇ ਹਾਂ, ਇਤਿਹਾਸ ਵਿੱਚੋਂ ਵਾਚਦੇ ਆ ਰਹੇ। ਬਾਬਾ ਲਹਿਣਾ ਜੀ ਦੇ ਰੂਪ ਅੰਦਰ, ਹੋਰ ਸਿੱਖਾਂ ਦੇ ਰੂਪ ਅੰਦਰ, ਬਾਬਾ ਅਮਰਦਾਸ ਸਾਹਿਬ ਜੀ ਦੇ ਰੂਪ ਅੰਦਰ ਕਿੰਨੀਆਂ ਪਰਖਾਂ ਨੇ, ਜਿਨ੍ਹਾਂ ਉੱਤੇ ਉਹ ਖਰੇ ਉਤਰ ਰਹੇ ਨੇ ਤੇ ਗੁਰੂ ਵਾਲੇ ਬਣ ਗਏ। ਉਹ ਤੇ ਗੁਰੂ ਵਾਲੇ ਨਹੀਂ, ਗੁਰੂ ਨੇ ਆਪਣਾ ਰੂਪ ਬਣਾ ਲਿਆ। ਹੈ ਤੇ ਸਿੱਖ ਹੀ ਸਨ, ਉਹ ਵੀ ਸਾਡੇ ਵਰਗੇ ਹੀ ਸਨ, ਵੱਖਰੇ ਤੌਰ ਤੇ ਨਹੀਂ ਸਨ ਆਏ ਉਸ ਸੰਸਾਰ ਤੇ। ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦਾ ਰੂਪ ਹੋਏ ਨੇ। ਕਿ ਅਸੀਂ ਨਹੀਂ ਹੋ ਸਕਦੇ? ਹੁਣ ਇਹ ਜੁਲਾਹੀ ਇਹ ਗੱਲ ਕਹਿੰਦੀ ਹੈ, ਇਹਨੂੰ ਤੇ ਚੈਨ ਹੀ ਨਹੀਂ ਹੈਗਾ। ਲੋਕ ਇੰਨਾ ਮਖੌਲ ਉਡਾਉਂਦੇ ਨੇ, ਪਰ ਫਿਰ ਵੀ ਅਸਲ ਦੇ ਵਿੱਚ ਇੱਥੇ ਰੁਕੇ ਹੋਏ ਨੇ, ਇੱਥੇ ਟਿਕੇ ਹੋਏ ਨੇ। ਕੋਈ ਲਾਜ ਨਹੀਂ, ਕੋਈ ਸ਼ਰਮ ਨਹੀਂ ਸੰਸਾਰ ਦੀ। ਕੋਈ ਚੰਗਾ ਕਵੇ ਭਾਵੇਂ ਮਾੜਾ ਕਵੇ, ਇਹਨਾਂ ਨੂੰ ਕੋਈ ਅਸਰ ਨਹੀਂ ਹੈਗਾ, ਕਿਉਂਕਿ ਇਹ ਦੁਨੀਆ ਦਾ ਮਾਹੌਲ ਦੱਸ ਰਹੀ ਹੈ ਜੁਲਾਹੀ, ਕਿ ਦੁਨੀਆ ਦਾ ਮਾਹੌਲ, ਦੁਨੀਆ ਦਾ ਸੁਭਾਅ ਇੱਦਾਂ ਦਾ ਹੈ ਕਿ ਉਹ ਇੱਦਾਂ ਕਹਿਣਗੇ। ਦੁਨਿਆਵੀ ਤੌਰ ਤੇ ਲੋਕੀ ਇੱਦਾਂ ਕਹਿਣਗੇ, ਪਰ ਜਿਨਨੇ ਕਮਾਈ ਕਰਨੀ ਹੈ, ਜਿਨਨੇ ਜੁੜਨਾ ਹੈ ਗੁਰੂ ਦੇ ਨਾਲ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ, ਦੂਰ ਰਹਿੰਦੇ ਨੇ। ਤੇ ਇਸ ਲਈ ਉਹ ਜੁਲਾਹੀ ਇਹ ਕਹਿੰਦੀ ਹੈ, ਕੋਈ ਚੰਗਾ ਕਹਿ ਲੇ ਮਾੜਾ ਕਹਿ ਲਵੇ, ਪਰ ਇਹ ਆਪਣਾ ਕੰਮ ਜਿਹੜਾ ਛੱਡਦੇ ਨਹੀਂ। जग की लाज न कुछ करे, कह बुरे के नीका। ਇਸ ਕਰਕੇ ਜਗਤ ਦੀ ਕੋਈ ਪਰਵਾਹ ਨਹੀਂ ਹੈ। सुन बोले श्री अमर जी, मैं नहीं निथावा। ਇਹ ਸੁਣ ਕੇ ਬਾਬਾ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਮੈਂ ਨਿਥਾਵਾ ਨਹੀਂ ਹਾਂ। सेव्यो सतगुर सब बड़ो, शुभ शुभत सुभावा। ਮੈਂ ਸਭ ਤੋਂ ਵੱਡੇ ਨੇਕ ਸ਼ੋਭਨੀਕ ਸੁਭਾਅ ਵਾਲੇ ਸਤਿਗੁਰੂ ਦੀ ਸੇਵਾ ਕਰਦਾ ਹਾਂ। तू कमली होए कहते हैं, बुध हृदय न कोई। ਤੂੰ ਤੇ ਝੱਲੀ ਐ, ਕਮਲੀ ਐ, ਜਿਵੇਂ ਸੁਭਾਵਕ ਕਹਿ ਦਈਦਾ ਨਾ, ਕਮਲੀਏ ਤੂੰ ਏਦਾਂ ਕਿਉਂ ਕਹਿੰਦੀ ਹੈ? ਮੈਂ ਨਿਥਾਵਾਂ ਨਹੀਂ ਰਿਹਾ, ਹੁਣ ਮੈਂ ਥਾਂ ਵਾਲਾ ਹੋ ਗਿਆ, ਮੈਂ ਨਿਆਸਰਾ ਨਹੀਂ ਰਿਹਾ, ਮੈਨੂੰ ਆਸਰਾ ਮਿਲ ਗਿਆ ਹੈ। ਤੂੰ ਪੱਤ ਦੀ ਗੱਲ ਕਰਦੀ ਹੈ, ਮੈਂ ਤੇ ਉਹਦੇ ਕੋਲ ਆ ਗਿਆ ਜਿਹੜਾ ਨਿਪੱਤਿਆਂ ਦੀ ਪੱਤ ਹੈ, ਨਿਓਟਿਆਂ ਦੀ ਓਟ ਹੈ ਜੋ। ਇਸ ਕਰਕੇ ਕਮਲੀਏ ਇੱਦਾਂ ਕਿਉਂ ਕਹਿੰਦੀ ਹੈ? ਤੈਨੂੰ ਸੋਝੀ ਨਹੀਂ, ਤੈਨੂੰ ਸਮਝ ਨਹੀਂ ਗੁਰੂ ਬਾਰੇ ਅਜੇ। ਮੈਂ ਹੁਣ ਨਿਥਾਵਾਂ ਨਹੀਂ ਹੈ, ਹੁਣ ਤੇ ਮੈਨੂੰ ਥਾਂ ਮਿਲਿਆ ਆ ਕੇ। ਤੇ ਜੇ ਹੁਣ ਵੀ ਨਿਥਾਵਾਂ ਕਹੇਂਗੀ ਤੇ ਫਿਰ ਮੈਂ ਕਿੱਥੇ ਜਾਵਾਂਗਾ? ਥਾਂ ਤੇ ਅਸਲ ਮੈਨੂੰ ਹੁਣ ਮਿਲਿਆ ਹੈ ਗੁਰੂ ਦੇ ਚਰਨਾਂ ਦੇ ਵਿੱਚ। ਇਸ ਕਰਕੇ ਮੈਂ ਝੱਲੀਏ ਕਮਲੀਏ, ਮੈਂ ਨਿਥਾਵਾਂ ਨਹੀਂ ਹਾਂ। नहीं महात्म को लखियो, दाता जग जोई। ਇਸ ਕਰਕੇ ਸਾਰੇ ਜਗਤ ਦਾ ਦਾਤਾ ਹੈ ਗੁਰੂ ਅੰਗਦ ਦੇਵ ਮਹਾਰਾਜ। ਤੁਹਾਨੂੰ ਤੇ ਕਦਰ ਹੀ ਨਹੀਂ, ਸੋਝੀ ਹੀ ਨਹੀਂ ਹੈ। इनके सिर पर कलश ले आए निज थाना। ਇਹ ਕਹਿ ਕੇ ਆਪਣੇ ਸ਼ੀਸ਼ ਤੇ ਕਲਸ਼ ਤੋਂ ਭਾਵ ਗਾਗਰ ਰੱਖੀ ਹੈ ਪਾਣੀ ਦੀ, ਤੇ ਆਪਣੇ ਸਥਾਨ ਤੇ ਆ ਗਏ ਹਨ। आगे श्री अंगद गुरु चै करे स्नाना। ਅੱਗੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਇਸ਼ਨਾਨ ਕਰਨਾ ਚਾਹੁੰਦੇ ਸਨ। चौकी पर तब खरे थे, सुन श्रवण वृतंता। ਉਸ ਸਮੇਂ ਇਸ਼ਨਾਨ ਕਰਨ ਵਾਲੀ ਚੌਂਕੀ ਤੇ ਖੜੇ ਸਨ। अत धृत जाने दास, चै चाहत पर खंता। ਜਦ ਉਹਨਾਂ ਨੂੰ ਸਾਰੇ ਬਿਰਤਾਂਤ ਦਾ ਪਤਾ ਲੱਗਾ, ਤੇ ਉਹਨਾਂ ਆਪਣੇ ਦਾਸ ਵਿਚਾਲੇ ਜਿਹੜਾ ਹੈ ਨਾ, ਕਹਿ ਲਓ ਕਿ ਧੀਰਜ ਦੇ ਨਾਲ ਇਹ ਸਵਾਲ ਕੀਤਾ, ਉਹਨਾਂ ਦੇ ਧੀਰਜ ਨੂੰ ਪਛਾਣਿਆ ਹੈ। आयो निकट बताए न लग सेव सुजाना। ਹੁਣ ਅਸਲ ਦੇ ਵਿੱਚ ਪਰਖਣਾ ਚਾਹੁੰਦੇ ਨੇ ਆਪ। ਬਾਬਾ ਅਮਰਦਾਸ ਸਾਹਿਬ ਜੀ ਗਾਗਰ ਲੈ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਆਏ ਹਨ। चरण पखारे सोच जुत करवाए स्नाना। ਉਹਨਾਂ ਕੁਝ ਵੀ ਦੱਸਿਆ ਨਹੀਂ, ਆਉਂਦੇ ਹੀ ਸੇਵਾ ਦੇ ਵਿੱਚ ਲੱਗ ਗਏ ਨੇ।
ਸਤਿਗੁਰੂ ਜੀ ਦੇ ਚਰਨ ਚੰਗੀ ਤਰ੍ਹਾਂ ਧੋਤੇ ਨੇ, ਇਸ਼ਨਾਨ ਕਰਵਾਇਆ ਹੈ। पाई जुलाही बावरी तिनके बच पाखे। ਜੁਲਾਹੀ ਉਸੇ ਵੇਲੇ ਜਿਹੜਾ ਕਮਲੀ ਹੋ ਗਏ, ਚੱਲੀ ਹੋ ਗਏ। ਤੇ ਇਸੇ ਕਰਕੇ ਜਿਹੜਾ ਹੈ ਬੇਨਤੀ ਕਰੀਦੀ ਹੈ, ਸਾਨੂੰ ਨਹੀਂ ਪਤਾ ਕਿਹੜੀ ਰੂਹ ਕਿੱਦਾਂ ਦੀ ਹੈ ਤੇ ਉਹਦੇ ਬਚਨਾਂ ਨੇ ਕੀ ਅਸਰ ਕਰਨਾ ਹੈ, ਸਾਨੂੰ ਨਹੀਂ ਪਤਾ। ਮੈਲੇ ਕੁਚੈਲੇ ਕੱਪੜਿਆਂ ਵਾਲਾ ਇੱਕ ਲਫ਼ਜ਼ ਵਰਤਦਾ ਹੈ, ਬੁੱਧੂ ਸ਼ਾਹ ਤੇਰੇ ਭੱਠੇ ਦੀਆਂ ਇੱਟਾਂ ਕੱਚੀਆਂ ਹੀ ਰਹਿਣਗੀਆਂ, ਪੱਕਣਗੀਆਂ ਹੀ ਨਹੀਂ। ਦੂਜੇ ਪਾਸੇ ਅਰਦਾਸੀਆ ਇਹ ਕਹਿੰਦਾ, ਪੰਚਮ ਬਾਦਸ਼ਾਹ ਵੇਲੇ ਘਟਨਾ ਸੁਣੀ ਹੈ ਆਪਣੇ। ਇਸ ਲਈ ਜਿਹੜਾ ਹੈ ਕਿਸੇ ਦੇ ਪਹਿਰਾਵੇ ਜਾਂ ਕੱਪੜੇ ਤੇ ਜਾਂ ਇੱਦਾਂ ਨਾ ਜਾਇਆ ਕਰੋ। ਅਸੀਂ ਦੁਰਕਾਰ ਦਿੰਦੇ ਹਾਂ ਕਿਤੇ ਨਾ ਕਿਤੇ, ਸਾਨੂੰ ਇਹ ਮਹਿਸੂਸ ਹੁੰਦਾ ਹੈ ਕੀ ਸਮਝਾਈਏ ਉਹ, ਕਿਉਂਕਿ ਸਿੱਖੀ ਨੂੰ ਸਮਝਣਾ ਸੌਖੀ ਬਾਤ ਨਹੀਂ ਹੈ, ਕਮਾਉਣਾ ਸੌਖੀ ਬਾਤ ਨਹੀਂ। ਸੋ ਬਾਬਾ ਅਮਰਦਾਸ ਸਾਹਿਬ ਜੀ ਨੇ ਇਹ ਲਫ਼ਜ਼ ਵਰਤਿਆ ਸੀ। ਇਹ ਨਹੀਂ ਕਿ ਕੋਈ ਰੰਜਿਸ਼, ਕੋਈ ਵੈਰ, ਕੋਈ ਗੁੱਸੇ ਦੇ ਨਾਲ ਨਹੀਂ। ਸੁਭਾਵਕ ਕਮਲੀਏ, ਮੈਂ ਨਿਥਾਵਾਂ ਨਹੀਂ, ਮੈਂ ਥਾਂ ਵਾਲਾ ਹੋ ਗਿਆ। ਇਤਿਹਾਸ ਕਹਿੰਦਾ ਅਸਲ ਦੇ ਵਿੱਚ ਉਸ ਜੁਲਾਈ ਨੂੰ ਰਾਤ ਨੂੰ ਹੀ ਚੱਲ ਪੈ ਗਿਆ, ਕਹਿ ਲਓ ਕਿ ਉਹ ਕਮਲੀ ਹੋ ਗਈ। दातन काटत मुख बके और जिम अभिलाखे। ਕਦੀ ਉਹ ਕੀ ਕਰਦੀ ਹੈ, ਦੰਦਾਂ ਨੂੰ ਟੁੱਕਦੀ ਹੈ, ਕਦੀ ਮੂੰਹ ਤੋਂ ਜਿਹੜਾ ਹੈ ਅਸਲ ਦੇ ਵਿੱਚ ਜਿਵੇਂ ਆਉਂਦਾ ਹੈ ਉਵੇਂ ਬੋਲੀ ਜਾਂਦੀ ਹੈ, ਭਾਵੇਂ ਇੱਕ ਝੱਲ ਪੈ ਗਿਆ, ਪਾਗਲਪਨ ਜਿਹਾ ਛਾ ਗਿਆ ਉਹਦੇ, ਤੇ ਜੋ ਮੂੰਹ ਦੇ ਵਿੱਚ ਆਉਂਦਾ ਹੈ ਉਹ ਬੋਲਦੀ ਜਾਂਦੀ ਹੈ। ਇਹ ਹਾਲਾਤ ਬਣ ਗਏ ਨੇ। ਅੱਗੇ ਕਿਵੇਂ ਉਹ ਭੁੱਲ ਬਖਸ਼ਾਉਣ ਵਾਸਤੇ ਆਉਂਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ 'ਚ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਫਿਰ ਕਿਵੇਂ ਗੁਰੂ ਅੰਗਦ ਦੇਵ ਮਹਾਰਾਜ ਕਿਰਪਾ ਕਰਕੇ ਆਪਣੇ ਸਥਾਨ 'ਤੇ ਬਿਠਾਉਂਦੇ ਨੇ, ਗੁਰਤਾ ਗੱਦੀ ਬਖਸ਼ਿਸ਼ ਕਰਦੇ ਨੇ ਬਾਬਾ ਅਮਰਦਾਸ ਸਾਹਿਬ ਜੀ। ਸੇਵਾ ਹੈ ਅੱਜ, ਇਸ ਲਈ ਆਪਾਂ ਥੋੜ੍ਹਾ ਸਮਾਂ ਪਹਿਲਾਂ ਸਮਾਪਤੀ ਕਰਾਂਗੇ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ वाहिगुरु जी की फतेह।